Dear students, in today's video, we will discuss the chapter An Astrologer's Day written by R.K. Narayanan. ਇਹ ਸਟੋਰੀ R.K. ਨਰਾਇਣ ਜੀ ਦੀ ਲਿਖੀ ਹੋਈ ਹੈ। R.K. ਨਰਾਇਣ ਜੀ ਇੰਡੀਅਨ ਨੋਵਲਿਸਟ ਤੇ ਸ਼ਾਰਟ ਸਟੋਰੀ ਦੇ ਰਾਈਟਰ ਸੀ। ਉਹ ਇੰਟਰਨੈਸ਼ਨਲ ਲੈਵਲ ਤੇ ਬਹੁਤ ਮਸ਼ਹੂਰ ਸੀਗੇ। ਉਹਨਾਂ ਨੂੰ ਹਿਊਮਨ ਨੇਚਰ ਦੇ ਅਲੱਗ-ਅਲੱਗ ਪਹਿਲੂਆਂ ਦੀ ਬਹੁਤ ਸਮਝ ਸੀਗੀ। ਉਹਨਾਂ ਨੇ ਜਿੰਨੀਆਂ ਕਹਾਣੀਆਂ ਲਿਖੀਆਂ ਉਹਨਾਂ ਵਿੱਚੋਂ ਬਹੁਤੀਆਂ ਕਹਾਣੀਆਂ ਜਿਹੜੀਆਂ ਉਹ ਭਾਰਤੀ ਪੇਂਡੂ ਤੇ ਸ਼ਹਿਰੀ ਜ਼ਿੰਦਗੀ ਦੀ ਜੋ ਰੂਟੀਨ ਹੈ ਉਹਦੇ ਨਾਲ ਸੰਬੰਧ ਰੱਖਦੀਆਂ। ਉਹ ਆਪਣੇ ਬਿਹਤਰੀਨ ਕਾਲਪਨਿਕ ਸਾਊਥ ਇੰਡੀਅਨ ਟਾਊਨ ਮਾਲਗੁੱਡੀ ਦੀਆਂ ਰਚਨਾਵਾਂ ਦੇ ਲਈ ਜਾਣੇ ਜਾਂਦੇ ਹੈ। ਟੀਵੀ ਤੇ ਉਹਨਾਂ ਦੇ ਸੀਰੀਅਲ ਆਇਆ ਕਰਦੇ ਸੀ ਮਾਲਗੁੱਡੀ ਡੇਜ਼। ਐਨ ਐਸਟਰੋਲੋਜਰਸ ਡੇ। ਐਸਟਰੋਲੋਜਰ ਕੌਣ ਹੁੰਦਾ ਹੈ? ਜਿਹੜਾ ਕਿ ਹੱਥ ਦੇਖ ਕੇ ਭਵਿੱਖਬਾਣੀ ਕਰਦਾ ਹੈ, ਜਿਹਨੂੰ ਆਪਾਂ ਜੋਤਸ਼ੀ ਕਹਿੰਦੇ ਹਾਂ। ਇਸ ਕਹਾਣੀ ਦੇ ਵਿੱਚ ਇੱਕ ਹੋਰ ਕਰੈਕਟਰ ਵੀ ਹੈ, ਉਹ ਹੈ ਗੁਰੂ ਨਾਇਕ। ਅਤੇ ਕਹਾਣੀ ਸ਼ੁਰੂ ਕਿਵੇਂ ਹੁੰਦੀ ਹੈ ਕਿ ਮਿਡ ਡੇ ਦਾ ਸਮਾਂ, ਮਤਲਬ ਕਿ ਦੁਪਹਿਰ ਦਾ ਸਮਾਂ, ਅਤੇ ਇੱਕ ਜੋਤਸ਼ੀ ਹੈ ਜਿਹੜਾ ਉਹ ਆਪਣਾ ਸਾਰਾ ਸਮਾਨ ਵਿਛਾ ਰਿਹਾ ਅਤੇ ਉਹਦੇ ਸਮਾਨ ਦੇ ਵਿੱਚ ਕੀ ਕੀ ਚੀਜ਼ਾਂ ਹੈ। ਕੌਵਰੀ ਸ਼ੈਲ ਮਤਲਬ ਕੌਡੀਆਂ, ਸਕੇਅਰ ਪੀਸ ਆਫ ਕਲੋਥ ਚੌਰਸ ਕੱਪੜਾ, ਮਿਸਟਿਕ ਚਾਰਟ ਮਤਲਬ ਰਹੱਸਮਈ ਚਾਰਟ ਹੈ ਜਿਹੜਾ ਕਿ ਆਪਾਂ ਨਹੀਂ ਪੜ੍ਹ ਸਕਦੇ, ਜੋਤਸ਼ੀ ਲੋਕ ਪੜ੍ਹਦੇ ਹੈ। ਇੱਕ ਨੋਟਬੁੱਕ, ਪਲਮਾਰਾ ਰਾਈਟਿੰਗ, ਤਾੜ ਦੀ ਲੱਕੜ ਦੇ ਉੱਪਰ ਕਾਰਵਿੰਗ ਕਰਕੇ ਕੋਈ ਮੰਤਰ ਵਗੈਰਾ ਜਿਸ ਤਰ੍ਹਾਂ ਲਿਖੇ ਹੋਏ ਹੋਣ। ਅਤੇ ਉਹਦੇ ਫੇਸ ਦੀ ਲੁੱਕ ਕਿਸ ਤਰ੍ਹਾਂ ਦੀ ਹੈ? ਉਹ ਆਪਣੇ ਮੱਥੇ 'ਤੇ ਸੈਕਰਡ ਐਸ਼ ਮੀਨਿੰਗ ਰਾਖ ਲਗਾਉਂਦਾ ਹੈ। ਵਰਮੀਲੀਅਨ ਸੰਧੂਰ ਨੂੰ ਕਹਿੰਦੇ ਆ, ਸੰਧੂਰ ਲਗਾਉਂਦਾ ਹੈ। ਉਹਦੀਆਂ ਅੱਖਾਂ ਦੇ ਵਿੱਚ ਚਮਕ ਹੈ ਜੋ ਕਿ ਹਰ ਵੇਲੇ ਕਲਾਇੰਟਸ ਨੂੰ ਲੱਭਦੀ ਰਹਿੰਦੀ ਹੈ। ਅਤੇ ਪਰ ਲੋਕ ਕੀ ਸੋਚਦੇ ਹੈ ਕਿ ਜੋ ਉਹਦੀ ਅੱਖਾਂ ਦੀ ਚਮਕ ਹੈ ਉਹ ਕੋਈ ਰੂਹਾਨੀ ਚਮਕ ਹੈ। ਅਤੇ ਉਹ ਕੇਸਰੀ ਰੰਗ ਦੀ ਪਗੜੀ ਵੀ ਬੰਨ੍ਹਦਾ ਹੈ। ਉਹਦੀ ਜਿਹੜੀ ਲੁੱਕ ਹੈ ਉਹ ਬਿਲਕੁਲ ਟਿਪੀਕਲ ਜੋਤਸ਼ੀਆਂ ਵਰਗੀ ਹੈ। ਅਤੇ ਲੋਕ ਹੈ ਜਿਹੜੇ ਉਹਦੇ ਕੋਲ ਇਸ ਤਰ੍ਹਾਂ ਜਾਂਦੇ ਹੈ, ਉਹਦੇ ਵੱਲ ਇਸ ਤਰ੍ਹਾਂ ਅਟਰੈਕਟ ਹੋ ਕੇ ਜਾਂਦੇ ਹੈ ਜਿਵੇਂ ਕਿ ਕੋਸਮੋਸ ਔਰ ਡਾਲੀਆ ਦੀਆਂ ਜੋ ਫੁੱਲ ਹੁੰਦੇ ਹੈ ਉਹਨਾਂ ਵੱਲ ਮਧੂਮੱਖੀਆਂ ਜਾਂਦੀਆਂ। ਉਸ ਤਰੀਕੇ ਦੇ ਨਾਲ ਲੋਕ ਅਟਰੈਕਟ ਹੋ ਕੇ ਉਹਦੇ ਵੱਲ ਜਾਂਦੇ ਹੈ। ਉਹ ਇਮਲੀ ਦੇ ਦਰਖਤ ਦੇ ਹੇਠਾਂ ਬੈਠਦਾ ਹੈ ਜਿਹੜਾ ਕਿ ਟਾਊਨ ਹਾਲ ਪਾਰਕ ਦੇ ਬਿਲਕੁਲ ਕੋਲੇ ਹੈ। ਇਹ ਜਗ੍ਹਾ ਇੱਕ ਤਰ੍ਹਾਂ ਦਾ ਬਾਜ਼ਾਰ ਹੈ ਜਿੱਥੇ ਕਿ ਦਵਾਈ ਦੀਆਂ ਦੁਕਾਨਾਂ ਹੈ, ਸਸਤੇ ਕੱਪੜੇ ਦੀਆਂ ਦੁਕਾਨਾਂ ਹੈ, ਕਬਾੜ ਦੀਆਂ ਦੁਕਾਨਾਂ ਹੈ, ਚੋਰੀ ਦਾ ਸਮਾਨ ਵੇਚਣ ਵਾਲਿਆਂ ਦੀਆਂ ਦੁਕਾਨਾਂ ਹੈ। ਇੱਥੇ ਜਾਦੂਗਰ ਵੀ ਬੈਠਦਾ ਹੈ ਅਤੇ ਇੱਥੇ ਇੱਕ ਮੂੰਗਫਲੀ ਵੇਚਣ ਵਾਲਾ ਵੀ ਜਿਹੜਾ ਮੂੰਗਫਲੀ ਵੇਚਣ ਵਾਲਾ ਹੈ ਉਹ ਹਰ ਰੋਜ਼ ਆਪਣੇ ਸਮਾਨ ਦੇ ਨਵੇਂ ਨਾਮ ਦਿੰਦਾ ਹੈ। ਇੱਕ ਦਿਨ ਕਹਿੰਦਾ ਹੈ ਬੰਬੇ ਆਈਸਕ੍ਰੀਮ, ਬੰਬੇ ਦੀ ਆਈਸਕ੍ਰੀਮ ਲੈ ਲਓ ਬਈ। ਅਗਲੇ ਦਿਨ ਕਹਿੰਦਾ ਹੈ ਦਿੱਲੀ ਐਲਮੌਂਡ, ਦਿੱਲੀ ਦੇ ਬਦਾਮ ਲੈ ਲਓ। ਤੀਸਰੇ ਦਿਨ ਕਹਿੰਦਾ ਹੈ ਰਾਜਾਜ਼ ਡੈਲੀਕੇਸੀ, ਰਾਜਿਆਂ ਦੀ ਪਸੰਦ। ਇਹ ਕਹਿ ਕੇ ਉਹ ਆਪਣਾ ਸਮਾਨ ਵੇਚ। ਜੋਤਸ਼ੀ ਮੂੰਗਫਲੀ ਵਾਲੇ ਦੇ ਨਾਲ ਹੀ ਬੈਠਦਾ ਹੈ ਅਤੇ ਮੂੰਗਫਲੀ ਵਾਲਾ ਜਦੋਂ ਮੂੰਗਫਲੀ ਨੂੰ ਭੁੰਨਣ ਵਾਸਤੇ ਅੱਗ ਜਲਾਉਂਦਾ ਹੈ ਉਹਦੀ ਜਿਹੜੀ ਰੌਸ਼ਨੀ ਹੈ ਉਹ ਜੋਤਸ਼ੀ ਨੂੰ ਵੀ ਮਿਲਦੀ ਰਹਿੰਦੀ ਹੈ ਅਤੇ ਉਹਦੇ ਨਾਲ ਜੋਤਸ਼ੀ ਦਾ ਕੰਮ ਚੱਲਦਾ ਰਹਿੰਦਾ ਹੈ। ਉੱਥੇ ਮਿਊਨਸਿਪਲ ਲਾਈਟਨਿੰਗ ਨਹੀਂ ਹੈਗੀ, ਇਸ ਕਰਕੇ ਹਨੇਰਾ ਹੀ ਹੁੰਦਾ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਉੱਥੇ ਪੂਰਾ ਹਨੇਰਾ ਹੁੰਦਾ ਹੈ। ਦੁਕਾਨਦਾਰਾਂ ਦੀ ਜਿਹੜੀ ਲਾਈਟ ਉਹਨਾਂ ਨੇ ਆਪਣੀ ਲਗਾ ਰੱਖੀ ਹੈ ਉਹਦੇ ਨਾਲ ਰੌਸ਼ਨੀ ਵੀ ਹੁੰਦੀ ਹੈ। ਦੁਕਾਨਦਾਰਾਂ ਨੇ, ਕਿਸੇ ਨੇ ਗੈਸ ਲਾਈਟ ਲਾਈ ਹੋਈ ਹੈ, ਕਿਸੇ ਨੇ ਸਾਈਕਲ ਲੈਂਪ ਲਾਏ ਹੈ, ਕਿਸੇ ਨੇ ਨੇਕਡ ਫਲੇਅਰ ਲਗਾਏ ਹੋਏ ਹੈ। ਅਤੇ ਇਹਨਾਂ ਦੀ ਜਿਹੜੀ ਰੌਸ਼ਨੀ ਆ ਉਹਦੇ ਨਾਲ ਐਸਟਰੋਲੋਜਰ ਹੈ ਜਿਹੜਾ ਉਹ ਵੀ ਆਪਣਾ ਕੰਮ ਚਲਾਉਂਦਾ ਰਹਿੰਦਾ ਹੈ। ਜ਼ਿਆਦਾ ਰੌਸ਼ਨੀ ਭਾਵੇਂ ਹੈ ਨਹੀਂ ਗੀ ਪਰ ਕੰਮ ਚੱਲ ਜਾਂਦਾ ਹੈ। ਅਤੇ ਇਹ ਟਾਈਮ ਐਸਟਰੋਲੋਜਰ ਨੂੰ ਬਹੁਤ ਸੂਟ ਕਰਦਾ ਹੈ। ਉਹਨੂੰ ਇਹ ਕਦੇ ਵੀ ਨਹੀਂ ਸੀ ਲੱਗਿਆ ਕਿ ਉਹ ਜੋਤਸ਼ੀ ਬਣੂਗਾ ਅਤੇ ਨਾ ਹੀ ਉਹਨੂੰ ਜੋਤਿਸ਼ ਦਾ ਕੁਛ ਪਤਾ ਸੀ। ਹੀ ਵਾਜ਼ ਐਜ਼ ਮਚ ਏ ਸਟ੍ਰੇਂਜਰ ਟੂ ਦ ਸਟਾਰਸ ਐਜ਼ ਵਰ ਹਿਜ਼ ਇਨੋਸੈਂਟ ਕਸਟਮਰਸ। ਉਹਨੂੰ ਸਟਾਰਸ ਦਾ ਜਾਂ ਪਲੈਨਟਸ ਦੇ ਪ੍ਰਤੀ ਉਹ ਵੀ ਓਨਾ ਹੀ ਅਜਨਬੀ ਸੀ ਜਿੰਨੇ ਕਿ ਉਹਦੇ ਭੋਲੇ ਭਾਲੇ ਗਾਹਕ ਸੀਗੇ। ਯੈਟ ਹੀ ਸੈਡ ਥਿੰਗਸ ਵਿਚ ਪਲੀਜ਼ਡ ਐਂਡ ਐਸਟੋਨਿਸ਼ਡ ਐਵਰੀਵਨ। ਪਰ ਉਹ ਇਹੋ ਜਿਹੀਆਂ ਗੱਲਾਂ ਕਰਦਾ ਜਿਸ ਨਾਲ ਉਸ ਦੇ ਗਾਹਕ ਖੁਸ਼ ਹੋ ਜਾਂਦੇ ਅਤੇ ਬੜੇ ਹੈਰਾਨ ਹੁੰਦੇ। ਤਾਂ ਫਿਰ ਉਹ ਜੋਤਸ਼ੀ ਬਣਿਆ ਕਿਵੇਂ? ਦੈਟ ਵਾਜ਼ ਮੋਰ ਏ ਮੈਟਰ ਆਫ ਸਟੱਡੀ, ਪ੍ਰੈਕਟਿਸ ਐਂਡ ਸ਼ਰੀਊਡ ਗੈਸ ਵਰਕ। ਉਹ ਆਪਣੇ ਗੈਸ ਵਰਕ ਨਾਲ, ਪ੍ਰੈਕਟਿਸ ਨਾਲ, ਐਕਸਪੀਰੀਅੰਸ ਨਾਲ, ਚਲਾਕ ਅੰਦਾਜ਼ ਦੇ ਨਾਲ ਉਹ ਜੋਤਸ਼ੀ ਬਣਿਆ। ਉਹਨੂੰ ਇਹ ਸਮਝ ਆ ਚੁੱਕੀ ਸੀ ਕਿ ਲੋਕ ਕੀ ਸੁਣ ਕੇ ਖੁਸ਼ ਹੁੰਦੇ ਹੈ। ਉਹ ਜੋਤਸ਼ੀ ਬਣਨਾ ਤਾਂ ਨਹੀਂ ਸੀ ਚਾਹੁੰਦਾ ਪਰ ਉਹਦੀ ਲਾਈਫ ਦੇ ਵਿੱਚ ਕੁਝ ਇਹੋ ਜਿਹਾ ਵਾਪਰ ਗਿਆ
ਜਿਹਦੇ ਨਾਲ ਉਹ ਆਪਣੇ ਘਰ ਨੂੰ ਛੱਡ ਕੇ ਸੈਂਕੜੇ ਮੀਲ ਦੂਰ ਚਲਾ ਗਿਆ। ਜੇਕਰ ਉਹ ਵੀ ਪਿੰਡ ਦੇ ਵਿੱਚ ਰਹਿੰਦਾ ਤਾਂ ਉਹਨੇ ਵੀ ਉਹੀ ਕੁਛ ਕਰਨਾ ਸੀ ਜੋ ਉਸਦੇ ਪੂਰਵਜ ਕਰਦੇ ਸੀ, ਖੇਤੀ ਕਰਦਾ, ਫਸਲਾਂ ਦੀ ਕਟਾਈ ਕਰਦਾ, ਉੱਥੇ ਰਹਿ ਕੇ ਆਪਣਾ ਵਿਆਹ ਕਰਦਾ। ਇਹ ਇੰਨਾ ਦੂਰ ਆ ਗਿਆ ਪਰ ਇਹਨੂੰ ਕੋਈ ਕੰਮ ਨਹੀਂ ਸੀ ਆਉਂਦਾ। ਫਿਰ ਇਹਨੇ ਸੋਚਿਆ ਹੋਰ ਨਹੀਂ ਤਾਂ ਜੋਤਸ਼ੀ ਬਣ ਜਾਓ, ਤਾਂ ਇਹ ਜੋਤਸ਼ੀ ਬਣ ਗਿਆ। ਫਿਰ ਇਹਨੂੰ ਹੌਲੀ ਹੌਲੀ ਹਿਊਮਨ ਸਾਈਕੋਲੋਜੀ ਦੀ ਸਮਝ ਆ ਗਈ। He had a working analysis of mankind's troubles, marriage, money, and the tangles of human ties. ਮਨੁੱਖ ਦੀਆਂ ਤਕਲੀਫਾਂ ਜਿਵੇਂ ਕਿ ਉਹ ਵਿਆਹ ਦੀ ਹੈ, ਪੈਸੇ ਦੀ ਹੈ ਜਾਂ ਮਨੁੱਖੀ ਰਿਸ਼ਤਿਆਂ ਦੇ ਵਿੱਚ ਕੋਈ ਪ੍ਰੋਬਲਮ ਹੈ ਤਾਂ ਉਹਨਾਂ ਦਾ ਉਹਨੂੰ ਐਨਾਲਿਸਿਸ ਕਰਨਾ ਆਉਂਦਾ ਸੀ। ਲੌਂਗ ਪ੍ਰੈਕਟਿਸ ਹੈਡ ਸ਼ਾਰਪਨਡ ਹਿਜ਼ ਪਰਸੈਪਸ਼ਨ। ਲੰਬੇ ਅਭਿਆਸ ਨੇ ਉਸ ਦੀ ਦ੍ਰਿਸ਼ਟੀ ਨੂੰ ਸ਼ਾਰਪ ਕਰਤਾ ਸੀ। ਵਿਦਨ 5 minutes he understood what was wrong। 5 ਮਿੰਟ 'ਚ ਇਹਨੂੰ ਸਮਝ ਆ ਜਾਂਦੀ ਸੀ ਕਿੱਥੇ ਕੀ ਪ੍ਰੋਬਲਮ ਹੈ। he charged 3 pies per question। ਉਹ ਇੱਕ ਕੁਐਸਚਨ ਦੇ 3 ਪਾਈ ਲੈਂਦਾ ਸੀ। never opened his mouth till the other had spoken for at least 10 minutes, which provided him enough stuff for a dozen answers and advices। ਉਹ ਉਦੋਂ ਤੱਕ ਆਪਣਾ ਮੂੰਹ ਨਹੀਂ ਸੀ ਖੋਲ੍ਹਦਾ ਜਦੋਂ ਤੱਕ ਉਹਦੇ ਕੋਲ ਆਉਣ ਵਾਲਾ ਬੰਦਾ ਘੱਟੋ ਘੱਟ 10 ਮਿੰਟ ਨਾ ਬੋਲਦਾ ਰਹਿੰਦਾ, ਅਤੇ ਫਿਰ ਉਹਦੀਆਂ ਗੱਲਾਂ ਦੇ ਵਿੱਚੋਂ ਹੀ ਦਰਜਨਾਂ ਹੀ ਸਵਾਲਾਂ ਦੇ ਜਵਾਬ ਅਤੇ ਸਲਾਹਾਂ ਦੇ ਦਿੰਦਾ। When he told the person before him, gazing at his palm, in many ways you are not getting the fullest results for your efforts। ਜਦੋਂ ਸਾਹਮਣੇ ਵਾਲੇ ਬੰਦੇ ਦਾ ਹੱਥ ਵੇਖ ਰਿਹਾ ਹੁੰਦਾ ਤਾਂ ਉਹਨੂੰ ਕਹਿੰਦਾ ਵੀ ਤੂੰ ਮਿਹਨਤ ਤਾਂ ਬਹੁਤ ਕਰਦਾ ਹੈ ਪਰ ਤੈਨੂੰ ਫਲ ਨਹੀਂ ਮਿਲ ਰਿਹਾ। 9 out of 10 were disposed to agree with him। 10 ਵਿੱਚੋਂ 9 ਤਾਂ ਇਸ ਗੱਲ ਨੂੰ ਮੰਨ ਨਹੀਂ ਲੈਂਦੇ ਹੈ। Or he questioned, is there any woman in your family, maybe even a distant relative, who is not well disposed towards you। ਤੇ ਫਿਰ ਉਹ ਪੁੱਛਦਾ ਕਿ ਕੀ ਤੇਰੀ ਫੈਮਿਲੀ 'ਚ ਕੋਈ ਔਰਤ ਹੈ, ਭਾਵੇਂ ਉਹ ਦੂਰ ਦੀ ਹੀ ਹੋਵੇ, ਉਹ ਤੇਰੇ ਪ੍ਰਤੀ ਵਧੀਆ ਸੋਚ ਨਹੀਂ ਰੱਖਦੀ। ਔਰ ਹੀ ਗੇਵ ਐਨ ਐਨਾਲਿਸਿਸ ਆਫ ਕਰੈਕਟਰ। ਮੋਸਟ ਆਫ ਯੂਰ ਟਰਬਲਸ ਆਰ ਡਿਊ ਟੂ ਯੂਅਰ ਨੇਚਰ। ਅਤੇ ਕਈ ਵਾਰੀ ਉਹ ਕਹਿੰਦਾ ਵੀ ਜ਼ਿਆਦਾ ਪ੍ਰੋਬਲਮਸ ਦਾ ਕਾਰਨ ਤੇਰਾ ਆਪਣਾ ਸੁਭਾਅ ਹੈ। ਹਾਊ ਕੈਨ ਯੂ ਬੀ ਅਦਰਵਾਈਜ਼ ਵਿਦ ਸੈਚਰਨ ਵੇਅਰ ਹੀ ਇਜ਼। ਨਹੀਂ ਤਾਂ ਤੇਰੇ ਉੱਤੇ ਬੁਰਾ ਪ੍ਰਭਾਵ ਕਿਵੇਂ ਪੈ ਸਕਦਾ ਹੈ। ਯੂ ਹੈਵ ਐਨ ਐਂਪੀਸ਼ੀਅਸ ਨੇਚਰ ਐਂਡ ਏ ਰਫ ਐਕਸਟੀਰੀਅਰ। ਤੇਰਾ ਸੁਭਾਅ ਕਾਲਾ ਹੈ ਅਤੇ ਇਹ ਬਾਹਰੋਂ ਹੀ ਦਿਖਾਈ ਦਿੰਦਾ ਹੈ। ਇਹ ਗੱਲਾਂ ਜਿਹੜੀਆਂ ਹੈਗੀਆਂ ਸਧਾਰਨ ਆਦਮੀ ਨੂੰ ਬਿਲਕੁਲ ਖੁੱਭ ਜਾਂਦੀਆਂ ਅਤੇ ਉਹਨੂੰ ਲੱਗਦਾ ਹੈ ਕਿ ਇਹ ਬੰਦਾ ਬਿਲਕੁਲ ਠੀਕ ਕਹਿ ਰਿਹਾ। ਤਾਂ ਇੱਕ ਦਿਨ ਕੀ ਹੁੰਦਾ ਹੈ, ਸ਼ਾਮ ਵੇਲੇ ਮੂੰਗਫਲੀ ਵਾਲੇ ਦੀ ਜਿਹੜੀ ਲਾਈਟ ਹੈ ਉਸ ਲਾਈਟ ਦੇ ਵਿੱਚ ਇਹ ਜੋਤਸ਼ੀ ਵੀ ਆਪਣਾ ਕੰਮ ਕਰ ਰਿਹਾ ਸੀਗਾ ਅਤੇ ਉਹਦੇ ਕਲਾਇੰਟ ਵੀ ਜਾ ਚੁੱਕੇ ਸੀ ਅਤੇ ਉਹ ਵੀ ਆਪਣਾ ਸਮਾਨ ਸਮੇਟ ਕੇ ਜਾਣ ਦੀ ਤਿਆਰੀ ਕਰੀ ਜਾ ਰਿਹਾ ਸੀ। ਅਤੇ ਦੂਰ ਤੋਂ ਉਹਨੂੰ ਕੋਈ ਹਰੇ ਰੰਗ ਦੀ ਰੌਸ਼ਨੀ ਦਿਖਾਈ ਦਿੰਦੀ ਹੈ ਅਤੇ ਉਹਨੂੰ ਐਂ ਲੱਗਦਾ ਕਿ ਕੋਈ ਨਾ ਕੋਈ ਕਲਾਇੰਟ ਮਿਲ ਸਕਦਾ ਹੈ। ਤਾਂ ਜੋਤਸ਼ੀ ਹੈ ਜਿਹੜਾ ਉਹ ਇੱਕ ਆਦਮੀ ਨੂੰ ਦੇਖਦਾ ਹੈ ਅਤੇ ਦੇਖ ਕੇ ਉਹਨੂੰ ਕਹਿੰਦਾ ਵੀ ਤੂੰ ਮੈਨੂੰ ਕੁਛ ਪਰੇਸ਼ਾਨ ਲੱਗ ਰਿਹਾ ਹੈ। ਉਹ ਇਹ ਕਹਿੰਦਾ ਨਾ, ਯੂ ਲੁੱਕ ਸੋ ਕੇਅਰਵੋਰਨ, ਤੁਸੀਂ ਪਰੇਸ਼ਾਨ ਲੱਗਦੇ ਹੋ। ਤਾਂ ਜਿਹੜਾ ਉਹ ਆਦਮੀ ਆਇਆ ਹੁੰਦਾ ਹੈ ਉਹ ਬਹੁਤ ਹੀ ਗੁੱਸੇ ਦੇ ਵਿੱਚ ਹੁੰਦਾ ਹੈ ਅਤੇ ਕਹਿੰਦਾ, ਯੂ ਕਾਲ ਯੂਰ ਸੈਲਫ ਐਨ ਐਸਟਰੋਲੋਜਰ, ਤੂੰ ਆਪਦੇ ਆਪ ਨੂੰ ਜੋਤਸ਼ੀ ਕਹਿੰਦਾ ਹੈ। ਦਾ ਐਸਟਰੋਲੋਜਰ ਫੈਲਟ ਚੈਲੰਜਡ। ਤਾਂ ਐਸਟਰੋਲੋਜਰ ਨੂੰ ਐਂ ਲੱਗਦਾ ਕਿ ਉਹਨੂੰ ਕੋਈ ਵੰਗਾਰ ਰਿਹਾ ਹੈਗਾ। ਫਿਰ ਜਿਹੜਾ ਆਉਣ ਵਾਲਾ ਬੰਦਾ ਉਹਨੂੰ ਕੀ ਕਹਿੰਦਾ ਹੈਗਾ, ਟੈਲ ਮੀ ਸਮਥਿੰਗ ਵਰਥ ਵਾਈਲ, ਕਹਿੰਦਾ ਮੈਨੂੰ ਕੁਛ ਚੱਜ ਦਾ ਦੱਸ। ਤਾਂ ਐਸਟਰੋਲੋਜਰ ਕਹਿੰਦਾ, ਆਈ ਚਾਰਜ ਓਨਲੀ 3 pies ਪਰ ਕੁਐਸਚਨ ਐਂਡ ਵਟ ਯੂ ਗੈਟ ਆਊਟ ਟੂ ਬੀ ਗੁੱਡ ਇਨਫ ਫॉर ਯੂਅਰ ਮਨੀ। ਅਤੇ ਕਹਿੰਦਾ ਮੈਂ ਹਰ ਕੁਐਸਚਨ ਦੇ 3 ਪਾਈ ਚਾਰਜ ਕਰਦਾ ਹੈ, ਪਰ ਇਹਦੇ ਬਦਲੇ ਦੇ ਵਿੱਚ ਮੈਂ ਜੋ ਤੈਨੂੰ ਦੱਸੂਗਾ ਤੈਨੂੰ ਐਂ ਲੱਗੂਗਾ ਕਿ ਤੇਰੇ ਪੈਸੇ ਵਸੂਲ ਹੋ ਗਏ ਹੈ। ਅਤੇ ਜਦੋਂ 8 ਆਨੇ ਦੇ ਵਿੱਚ ਉਹਨਾਂ ਦੀ ਸੌਦੇਬਾਜ਼ੀ ਹੋ ਜਾਂਦੀ ਹੈ ਤਾਂ ਐਸਟਰੋਲੋਜਰ ਕੁਛ ਇਸ ਤਰ੍ਹਾਂ ਦਾ ਨਾਟਕ ਕਰਦਾ ਹੈ ਕਿ ਉਹਦੇ ਕੋਲ ਕੋਈ ਨਾ ਕੋਈ ਦੈਵੀ ਸ਼ਕਤੀ ਹੈ ਅਤੇ ਉਹ ਪ੍ਰੇਅਰ ਕਰਨ ਲੱਗਦਾ ਹੈ। ਅਤੇ ਠੀਕ ਉਸ ਵੇਲੇ ਜਿਹੜਾ ਸਟ੍ਰੇਂਜਰ ਸੀਗਾ ਉਹ ਮਾਚਿਸ ਜਗਾਉਂਦਾ ਹੈ ਅਤੇ ਜਿਹੜਾ ਐਸਟਰੋਲੋਜਰ ਹੈ ਉਸ ਮਾਚਿਸ ਦੀ ਰੌਸ਼ਨੀ ਦੇ ਵਿੱਚ ਉਹਦੇ ਚਿਹਰੇ ਨੂੰ ਦੇਖ ਲੈਂਦਾ ਅਤੇ ਫਿਰ ਉਹਨੂੰ ਘਬਰਾਹਟ ਹੁੰਦੀ ਹੈ ਅਤੇ ਜੋਤਸ਼ੀਆਂ ਨੂੰ ਕਹਿੰਦਾ ਕਿ ਮੈਨੂੰ ਹੁਣ ਤੂੰ ਜਾਣ ਦੇ, ਮੈਨੂੰ ਘਬਰਾਹਟ ਹੋ ਰਹੀ ਹੈ। ਪਰ ਜਿਹੜਾ ਸਟ੍ਰੇਂਜਰ ਉਹ ਕਹਿੰਦਾ ਨਹੀਂ, ਚੈਲੰਜ ਇਜ਼ ਚੈਲੰਜ, ਤੂੰ ਚੈਲੰਜ ਨੂੰ ਅਸੈਪਟ ਕੀਤਾ ਹੈ ਅਤੇ ਹੁਣ ਤੂੰ ਜਾ ਨਹੀਂ ਸਕਦਾ, ਤੈਨੂੰ ਮੇਰੇ ਪ੍ਰਸ਼ਨਾਂ ਦਾ ਜਵਾਬ ਦੇਣਾ ਹੀ ਪੈਣਾ ਹੈ
ਤੇ ਉਹ ਜੋਤਸ਼ੀ ਦੀ ਕਲਾਈ ਨੂੰ ਪਕੜ ਲੈਂਦਾ ਹੈ। ਜੋਤਸ਼ੀ ਉਹਦੀ ਪਕੜ ਦੇ ਵਿੱਚ ਕੰਬ ਜਾਂਦਾ ਹੈ ਤੇ ਉਹਦੀ ਆਵਾਜ਼ ਹੈ ਜਿਹੜੀ ਉਹ ਮੱਧਮ ਪੈ ਜਾਂਦੀ ਹੈ ਤੇ ਉਹ ਕਹਿੰਦਾ ਮੈਨੂੰ ਅੱਜ ਜਾਣ ਦੇ, ਪਰ ਅਜਨਬੀ ਹੈ ਜਿਹੜਾ ਉਹਨੂੰ ਜਾਣ ਨਹੀਂ ਦਿੰਦਾ। ਤੇ ਫਿਰ ਉਹ ਜਿਸ ਤਰ੍ਹਾਂ ਗਲਾ ਖੁਸ਼ਕ ਹੋ ਜਾਂਦਾ ਹੈ, ਉਸ ਖੁਸ਼ਕ ਗਲੇ ਦੇ ਨਾਲ ਅੱਗੋਂ ਬੋਲਣਾ ਸ਼ੁਰੂ ਕਰਦਾ ਹੈ। The astrologer said, "You are left for dead. Am I right? A knife has passed through you once, and then you were pushed into a well nearby in the field. You are left for dead." ਤੇ ਕਹਿੰਦਾ ਕਿ ਤੈਨੂੰ ਕਿਸੇ ਨੇ ਚਾਕੂ ਮਾਰਿਆ ਸੀ ਤੇ ਮਰਨ ਦੇ ਲਈ ਖੂਹ ਦੇ ਵਿੱਚ ਸੁੱਟ ਦਿੱਤਾ ਸੀਗਾ। Good fellow, he bared his chest to show the scar. ਤੇ ਸਟ੍ਰੇਂਜਰ ਆਪਣੀ ਸ਼ਰਟ ਹਟਾ ਕੇ ਚਾਕੂ ਦਾ ਨਿਸ਼ਾਨ ਦਿਖਾਉਂਦਾ ਹੈ ਤੇ ਕਹਿੰਦਾ ਹੈ ਹਾਂ ਹਾਂ ਬਿਲਕੁਲ ਠੀਕ ਹੈ। ਜੇਕਰ ਉੱਥੋਂ ਲੰਘਣ ਵਾਲੇ ਨੇ ਖੂਹ ਦੇ ਵਿੱਚ ਝਾਤ ਮਾਰ ਕੇ ਮੈਨੂੰ ਨਾ ਬਚਾਇਆ ਹੁੰਦਾ ਤਾਂ ਮੈਂ ਮਰ ਹੀ ਜਾਣਾ ਸੀ। ਜੋਤਸ਼ੀ ਉਸ ਨੂੰ ਕਹਿੰਦਾ ਹੈ ਕਿ ਹੋਰ ਪੁੱਛ, ਕੀ ਪੁੱਛਣਾ ਹੈ? ਤਾਂ ਆਉਣ ਵਾਲਾ ਉਸ ਆਦਮੀ ਹੈ ਜਿਹੜਾ ਉਹਨੂੰ ਕਹਿੰਦਾ ਹੈ ਕਿ ਮੈਂ ਉਹਨੂੰ ਮਾਰਨ ਆਇਆ ਸੀ, ਮੈਨੂੰ ਦੱਸ ਕਿ ਉਹ ਮੈਨੂੰ ਕਿੱਥੇ ਮਿਲੂਗਾ ਤੇ ਮੇਰਾ ਇਹ ਮਕਸਦ ਕਦੋਂ ਪੂਰਾ ਹੋਊਗਾ। ਜੋਤਸ਼ੀ ਉਸ ਨੂੰ ਕਹਿੰਦਾ ਹੈ ਕਿ ਉਹ ਤੈਨੂੰ ਕਦੇ ਨਹੀਂ ਮਿਲ ਸਕਦਾ, ਇਸ ਜਨਮ ਵਿੱਚ ਇਹ ਤੇਰੀ ਇੱਛਾ ਨਹੀਂ ਕਦੇ ਪੂਰੀ ਹੋ ਸਕਦੀ, ਕਿਉਂਕਿ 4 ਮਹੀਨੇ ਪਹਿਲਾਂ ਉਹਦੀ ਡੈਥ ਹੋ ਗਈ। ਤਾਂ ਜਿਹੜਾ ਉਹ ਆਦਮੀ ਆਇਆ ਸੀ ਉਹਨੂੰ ਥੋੜ੍ਹਾ ਜਿਹਾ ਸਕੂਨ ਮਿਲਦਾ ਹੈ ਤੇ ਉਹਨੂੰ ਪੁੱਛਦਾ ਹੈ ਕਿ ਪੱਕਾ ਇਹ? ਤਾਂ ਜੋਤਸ਼ੀ ਕਹਿੰਦਾ ਹੈ ਕਿ ਉਹ ਤਾਂ ਬਹੁਤ ਹੀ ਬੁਰੀ ਮੌਤ ਮਰਿਆ ਹੈ, ਉਹ ਤਾਂ ਇੱਕ ਲੌਰੀ ਦੇ ਹੇਠਾਂ ਆ ਕੇ ਉਹਦੀ ਡੈਥ ਹੋ ਗਈ ਸੀ। ਗੁਰੂ ਨਾਨਕ ਲਿਸਨ ਕੇਅਰਫੁਲੀ ਟੂ ਵਟ ਆਈ ਹੈਵ ਟੂ ਸੇ। ਗੁਰੂ ਨਾਨਕ ਧਿਆਨ ਨਾਲ ਸੁਣ ਜੋ ਮੈਂ ਕਹਿੰਦਾ ਹੈ। ਯੂਰ ਵਿਲੇਜ ਇਜ਼ 2 days ਜਰਨੀ ਡਿਊ ਨਾਰਥ ਆਫ ਦਿਸ ਟਾਊਨ। ਇਸ ਟਾਊਨ ਤੋਂ ਉੱਤਰ ਦਿਸ਼ਾ ਵੱਲ ਤੇਰਾ ਘਰ 2 ਦਿਨ ਦੀ ਯਾਤਰਾ ਹੈ। ਟੇਕ ਦਿਸ ਮੈਜਿਕ ਪਾਊਡਰ ਐਂਡ ਬੀ ਗੋਨ। ਇਹ ਰਾਖ ਲੈ ਜਾ ਤੇ ਚਲਾ ਜਾ। ਆਈ ਸੀ ਵਨਸ ਅਗੇਨ ਏ ਗ੍ਰੇਟ ਡੇਂਜਰ ਟੂ ਯੂਰ ਲਾਈਫ ਇਫ ਯੂ ਗੋ ਐਨੀਵੇਅਰ ਅਵੇ ਫਰੋਮ ਹੋਮ। ਜੇ ਤੂੰ ਘਰ ਤੋਂ ਕਿਤੇ ਵੀ ਜਾਂਦਾ ਹੈ ਤਾਂ ਮੈਨੂੰ ਤੇਰੀ ਲਾਈਫ ਦੇ ਉੱਪਰ ਖਤਰਾ ਨਜ਼ਰ ਆਉਂਦਾ ਹੈ। He took out a pinch of sacred ash and held it to him. ਉਹਨੇ ਇੱਕ ਚੁਟਕੀ ਲਈ ਪਵਿੱਤਰ ਰਾਖ ਦੀ ਤੇ ਉਹਨੂੰ ਦੇ ਦਿੱਤੀ। Rub it on your forehead and go home. ਇਹਨੂੰ ਆਪਣੇ ਮੱਥੇ ਤੇ ਲਾ ਲੈ ਤੇ ਚਲਾ ਜਾ। Never travel southward again and you will live to be 100. ਤੂੰ ਕਦੇ ਵੀ ਸਾਊਥ ਦਿਸ਼ਾ ਵੱਲ ਟਰੈਵਲ ਨਾ ਕਰੀ ਤੇ ਤੂੰ 100 ਸਾਲ ਤੱਕ ਜੀਵੇਂਗਾ। Why should I leave home again? ਮੈਂ ਘਰ ਨੂੰ ਦੁਬਾਰਾ ਕਿਉਂ ਛੱਡਾਂਗਾ? The other said reflectively, I was only going away now and then to look for him and to check out his life if I met him. ਮੈਂ ਤਾਂ ਘਰੋਂ ਕਦੇ-ਕਦੇ ਉਹਦੀ ਤਲਾਸ਼ ਵਿੱਚ ਜਾਂਦਾ ਸੀ ਕਿ ਜੇ ਕਿਤੇ ਉਹ ਮੈਨੂੰ ਮਿਲ ਜੇ ਤਾਂ ਮੈਂ ਉਹਨੂੰ ਮਾਰ ਮੁਕਾਵਾਂ। He has escaped my hands. ਉਹ ਮੇਰੇ ਹੱਥੋਂ ਬਚ ਗਿਆ। I hope at least he died as he deserved. ਉਹ ਇਹੋ ਜਿਹੀ ਮੌਤ ਦਾ ਹੀ ਹੱਕਦਾਰ ਸੀ। Yes, said the astrologer. He was crushed under a lorry. Astrologer ਨੇ ਕਿਹਾ ਹਾਂ ਉਹ ਇੱਕ ਲੌਰੀ ਦੇ ਹੇਠਾਂ ਆ ਕੇ ਮਰ ਗਿਆ। The other looked gratified to hear it. ਇਹ ਸੁਣ ਕੇ ਉਹਨੂੰ ਸੁੱਖ ਦਾ ਸਾਹ ਆਇਆ। The stranger had gone off into the night after giving the astrologer a handful of coins. ਤਾਂ ਫਿਰ ਉਹ ਅਜਨਬੀ ਜੋਤਸ਼ੀ ਨੂੰ ਮੁੱਠੀ ਭਰ ਕੋਇਨ ਦੇ ਕੇ ਰਾਤ ਦੇ ਹਨੇਰੇ ਦੇ ਵਿੱਚ ਚਲਾ ਗਿਆ। ਲਗਭਗ ਅੱਧੀ ਰਾਤ ਹੋ ਗਈ ਸੀ ਤੇ ਐਸਟ੍ਰੋਲੋਜਰ ਆਪਣੇ ਘਰ ਗਿਆ। ਉਹਦੀ ਵਾਈਫ ਉਹਦਾ ਇੰਤਜ਼ਾਰ ਕਰ ਰਹੀ ਸੀ। ਉਹਨੇ ਸਾਰੇ ਪੈਸੇ, ਸਾਰੇ ਕੋਇਨ ਆਪਣੀ ਵਾਈਫ ਨੂੰ ਦੇ ਦਿੱਤੇ ਤੇ ਕਿਹਾ ਕਿ ਕਾਊਂਟ ਕਰ ਲੈ, ਇੱਕੋ ਆਦਮੀ ਇਹਨਾਂ ਨੂੰ ਦੇ ਕੇ ਗਿਆ। ਉਹਨੇ ਗਿਣੇ 12.5 ਆਨੇ ਸੀ। ਬਹੁਤ ਖੁਸ਼ ਹੋਈ ਤੇ ਫਿਰ ਉਸਨੇ ਕਿਹਾ ਦ ਸਵਾਈਨ ਹੈਜ਼ ਚੀਟਡ ਮੀ, ਹੀ ਪ੍ਰੋਮਾਈਜ਼ਡ ਮੀ ਏ ਰੂਪੀ। ਤਾਂ ਐਸਟ੍ਰੋਲੋਜਰ ਕਹਿੰਦਾ ਕਿ ਉਸ ਸੂਰ ਨੇ ਮੈਨੂੰ ਧੋਖਾ ਦਿੱਤਾ, ਉਹਨੇ ਮੈਨੂੰ 1 ਰੁਪਇਆ ਦੇਣ ਦਾ ਵਾਅਦਾ ਕੀਤਾ ਸੀ। ਤਾਂ ਉਹਦੀ ਵਾਈਫ ਪੁੱਛਦੀ ਹੈ ਯੂ ਲੁੱਕ ਵਰੀਡ, ਵਟ ਇਜ਼ ਰੋਂਗ? ਤੂੰ ਕਾਫੀ ਚਿੰਤਤ ਲੱਗ ਰਿਹਾ ਹੈ, ਕੀ ਗੱਲ ਹੈ? ਆਫਟਰ ਡਿਨਰ ਤੋਂ ਬਾਅਦ ਉਹਨੇ ਆਪਣੀ ਵਾਈਫ ਨੂੰ ਕਿਹਾ ਡੂ ਯੂ ਨੋ ਏ ਗ੍ਰੇਟ ਲੋਡ ਇਜ਼ ਗੋਨ ਫਰੋਮ ਮੀ ਟੂਡੇ। ਕਿ ਤੈਨੂੰ ਪਤਾ ਹੈ ਕਿ ਮੇਰੇ ਮਨ ਤੋਂ ਅੱਜ ਮਨਾ ਮੂੰਹੀ ਬੋਝ ਉਤਰ ਗਿਆ। I thought I had the blood of a man on my hands all these years. ਮੈਂ ਤਾਂ ਇਹੀ ਸੋਚੀ ਗਿਆ ਕਿ ਇੰਨੇ ਸਾਲਾਂ ਤੋਂ ਮੇਰੇ ਹੱਥ ਇੱਕ ਆਦਮੀ ਦੇ ਖੂਨ ਦੇ ਨਾਲ ਰੰਗੇ ਹੋਏ ਹੈ। ਇਹੀ ਕਾਰਨ ਸੀ ਕਿ ਮੈਂ ਘਰੋਂ ਭੱਜਿਆ ਆ, ਇੱਥੇ ਆ ਕੇ ਸੈਟਲ ਹੋ ਗਿਆ ਤੇ ਤੇਰੇ ਨਾਲ ਵਿਆਹ ਕਰ ਲਿਆ। ਪਰ ਉਹ ਬੰਦਾ ਜਿਉਂਦਾ ਹੈ। ਤਾਂ ਉਹਨੇ ਪੁੱਛਿਆ ਤੂੰ ਮਾਰਨ ਦੀ ਕੋਸ਼ਿਸ਼ ਕੀਤੀ? ਕਹਿੰਦਾ ਹਾਂ, ਜਦੋਂ ਮੈਂ ਪਿੰਡ ਵਿੱਚ ਸੀ ਇੱਕ ਮੈਂ ਮੂਰਖ ਜਿਹਾ ਨੌਜਵਾਨ ਸੀ, ਅਸੀਂ ਸ਼ਰਾਬ ਪੀਤੀ, ਜੂਆ ਖੇਡਿਆ ਤੇ ਫਿਰ ਅਸੀਂ ਲੜ ਪਏ ਤੇ
ਫਿਰ ਅਸੀਂ ਇੱਕ ਦਿਨ ਲੜ ਪਏ ਤੇ ਮੈਂ ਉਹਨੂੰ ਮਾਰ ਦਿੱਤਾ। ਚਲੋ ਹੁਣ ਇਸ ਬਾਰੇ ਕੀ ਸੋਚਣਾ ਹੈ? ਇਹ ਕਹਿੰਦੇ ਹੋਏ ਉਹ ਆਪਣੇ ਮੰਜੇ ਤੇ ਪੈ ਗਿਆ ਤੇ ਸੋ ਗਿਆ। ਬੇਟਾ ਇਸ ਤਰ੍ਹਾਂ ਇਸ ਕਹਾਣੀ ਦਾ ਅੰਤ ਹੁੰਦਾ ਹੈ। ਇਹਦੇ ਵਿੱਚ ਆਪਾਂ ਵੇਖਦੇ ਹਾਂ ਜਿਹੜਾ ਜੋਤਸ਼ੀ ਹੈ ਉਹ ਆਪਣੇ ਦੁਸ਼ਮਣ ਤੋਂ ਵੀ ਬਚ ਗਿਆ ਤੇ ਉਹਨੂੰ ਬਹੁਤ ਸਾਰੇ ਪੈਸੇ ਵੀ ਮਿਲ ਗਏ। ਆਈ ਹੋਪ ਤੁਹਾਨੂੰ ਇਹ ਸਟੋਰੀ ਪਸੰਦ ਆਈ ਹੋਏਗੀ, ਸਮਝ ਆ ਗਈ ਹੋਏਗੀ। ਨੈਕਸਟ ਵੀਡੀਓ ਵਿੱਚ ਮਿਲਦੇ ਹਾਂ। ਟਿਲ ਦੈਨ ਕੀਪ ਸਮਾਈਲਿੰਗ, ਹੈਵ ਅ ਵੰਡਰਫੁਲ ਡੇ।